प्रभु के वचन विचों अज आपां देखांगे कि ब्याह की शुरुआत जिहड़ी है वो किन्ने कीती ते इहदी नींह या फाउंडेशनस की हैगी है। इस सवाल दे उत्तर दे लई आपां प्रभु दे वचन विच जावांगे ते असीं वेखदे हां कि जदों परमेश्वर ने सब कुछ रच लिया ते उन्हें कहा आओ असी मनुख नूं अपने स्वरूप उत्ते नर ते नारी उत्पत्त करिए। सो इहदे लई आपां प्रभु दे वचन विचों पढ़ांगे। उत्पत्त ओदी पहले पाठ दी 26 ते 27 आयत साडे सामने पढ़ी जाएगी। उत्पत्त ओदा एक चैप्टर दी 26 ਅਤੇ 27 आयत ਵਿੱਚ ਲਿਖਿਆ ਹੈ ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਤੇ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਪਰ ਸਾਰੇ ਕਿਸਮ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, नर नारी उसने उन्होंने उत्पत्त किया। हालेलुया। प्रभु के वचन के पढ़े जाने ते उहदी किरपा इंजी ठहरी रहे। आपां इत्थे वेख रहे हैं कि परमेश्वर ने इत्थे नर ते नारी दियां आत्मावां जिहड़ियां ने वो पहले उत्पत्त कीतियां ते आओ असी हुणे वेखीए कि आदमी दी रचना यानी नर दी रचना किवें होई है। सो ਇਹਦੇ ਲਈ ਅਸੀਂ ਪੜਾਂਗੇ ਉਤਪੱਤ ਉਹਦੀ 2 ਦੀ 7ਵੀਂ ਆਇਤ ਜਿਹੜੀ ਉਹ ਸਾਡੇ ਸਾਹਮਣੇ ਪੜ੍ਹੀ ਜਾਏਗੀ। ਉਤਪੱਤ ਦੂਸਰਾ ਚੈਪਟਰ ਦੀ 7ਵੀਂ ਆਇਤ ਦੇ ਵਿੱਚ ਲਿਖਿਆ ਹੈ, ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਹਾਲੇਲੂਇਆ। ਤੇ ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਜਦੋਂ आदमी जिहड़ा है वो मनुख जिहड़ा है वो जिंदी जान हो गया तो परमेश्वर ने ना उहदे लई एक बाग लाया सीगा ते वो उहनूं उत्थे लै गया ते उहनूं कहण लगा कि हुण उत्पत्त 2 ਦੀ 15 ਤੋਂ 17 ਵੀ ਜਿਹੜੀ है ਇਹਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਕਿ ਉੱਥੇ ਉਹਨੂੰ ਕੀ ਕਿਹਾ। उत्पत्त 2 ਦੀ 15 ਤੋਂ 17 ਦੇ ਵਿੱਚ। उत्पत्त दूसरा चैप्टर ਦੀ 15 ਤੋਂ 17 ਆਇਤ ਦੇ ਵਿੱਚ ਲਿਖਿਆ ਹੈ ਕਿ ਯਹੋਵਾ ਪਰਮੇਸ਼ਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ। ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਕ ਖਾਈ, ਪਰ ਭਲੇ ਬੁਰੇ ਦੀ ਸਿਆਣ ਤੋਂ ਦੇ ਬਿਰਛ ਤੋਂ ਤੂੰ ਨਾ ਖਾਈ, क्यों जो जिस दिन तू उस तो खावे तू जरूर मरेगा। हालेलुया। प्रभु दे वचन दे पढ़े सुने जाने ते समझे जाने ते ओदी बरकत ठहरी रहे। सो आपां वेखने आ कि किंज जदों परमेश्वर ने सारी सृष्टि जड़ी सी वो रच दिती ते इसे आदमी नूं जिन्हों अपना आदम कहंदे ने ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਉਹਨੇ ਇਖਤਿਆਰ ਦੇ ਦਿੱਤਾ ਕਿ ਤੂੰ ਹੁਣ ਇਹਦੇ ਤੇ ਹਕੂਮਤ ਕਰੇਗਾ ਤੇ ਇਹ ਸੀ ਨਰ ਜਾਂ ਆਦਮ ਦੀ ਰਚਨਾ। ਆਓ ਅਸੀਂ ਹੁਣ ਔਰਤ ਜਾਂ ਉਹਨੂੰ ਕਹਿ ਲਓ ਨਾਰੀ ਦੀ ਰਚਨਾ ਜਿਹੜੀ ਹੈ ਉਹ ਕਿੱਦਾਂ ਹੋਈ ਪ੍ਰਭੂ ਦੇ ਵਚਨ ਵਿੱਚੋਂ ਉਤਪੱਤ 2 ਦੀ 18 ਵਿੱਚ ਅਸੀਂ ਇਹਨੂੰ ਵੇਖਾਂਗੇ। उत्पत्त 2 ਦੀ 18 ਦੇ ਵਿੱਚ ਲਿਖਿਆ ਹੈ, ਫਿਰ ਯਹੋਵਾ ਪਰਮੇਸ਼ਰ ਨੇ ਆਖਿਆ ਕਿ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ, ਸੋ ਮੈਂ ਉਹਦੇ ਲਈ ਉਹਦੇ ਵਾਂਗੂ ਇੱਕ ਸਹਾਇਕਨ ਬਣਾਵਾਂਗਾ। ਹਾਲੇਲੂਇਆ। ਔਰ ਇਹ ਅਸਾਂ ਵੇਖ ਲਿਆ ਕਿ ਇੱਕ ਸਹਾਇਕਣ ਉਹਦੇ ਲਈ ਯਾਨੀ ਦੂਸਰਾ ਮਦਦਗਾਰ ਉਹਦੇ ਵਰਗਾ ਬਣਾਵਾਂਗਾ। ਤੇ ਫਿਰ ਆਪਾਂ ਔਰਤ ਦੀ ਰਚਨਾ ਜਿਹੜੀ ਹੈ ਇਹਦੇ ਲਈ ਵੇਖਨੇ ਆ ਕਿ ਇੱਕ ਹੋਰ ਪ੍ਰਭੂ ਦੇ ਵਚਨ ਵਿੱਚ ਉਹ ਵਰਸ ਪੜਾਂਗੇ। ਉਤਪੱਤ 2 ਦੀ 21 ਤੋਂ 24 ਜਿਹੜੀਆਂ ਆਇਤਾਂ ਨੇ ਉਹ ਪੜੀਆਂ ਜਾਣਗੀਆਂ। ਉਤਪੱਤ ਦੂਸਰਾ ਉਹਦੀ 21 ਅਤੇ 24 ਤੋਂ 21 ਤੋਂ 24 ਤਾਂ ਯਹੋਵਾ ਪਰਮੇਸ਼ਰ ਨੇ ਆਦਮੀ ਤੇ ਗੂੜੀ ਨੀਂਦ ਭੇਜੀ, ਸੋ ਉਹ ਸੌਂ ਗਿਆ ਅਤੇ ਉਸਨੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹਦੀ ਥਾਂ ਮਾਸ ਭਰ ਦਿੱਤਾ। ਤਾਂ ਯਹੋਵਾ ਪਰਮੇਸ਼ਰ ਨੇ ਉਸ ਪਸਲੀ ਤੋਂ ਜਿਹੜੀ ਉਸਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ
ਅਤੇ ਉਹਨੂੰ ਆਦਮੀ ਕੋਲ ਲੈ ਆਇਆ। ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ। ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ। ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਪੜੇ ਜਾਣੇ ਤੇ ਉਹਦੀ ਕਿਰਪਾ ਇੰਜੀ ਠਹਿਰੀ ਰਹੇ। ਭਾਈ ਪ੍ਰਭੂ ਦਾ ਵਚਨ ਇਹ ਦੱਸਦਾ ਹੈ ਕਿ ਯਹੋਵਾ ਪਰਮੇਸ਼ਵਰ ਨੇ ਬਾਗੇ ਅਦਨ ਦੇ ਵਿੱਚ ਇੱਕ ਖਾਨਦਾਨੀ ਜ਼ਿੰਦਗੀ ਦੇ ਦੋ ਅਦਾਰੇ, ਯਾਨੀ ਜਿਹਨੂੰ ਕਹਿ ਲਓ ਕਿ ਸੰਸਥਾ ਜਿਹੜੀਆਂ ਨੇ ਉਹ ਬਣਾਈਆਂ। ਭਈ ਕਿਹੜੀਆਂ ਨੇ? ਨੰਬਰ 1 ਕਿ ਵਿਆਹ, ਯਾਨੀ ਕਿ ਪਤਨੀ, ਯਾਨੀ ਕਿ ਪਤੀ ਤੇ ਪਤਨੀ ਹੋਣਾ। ਤੇ ਦੂਜੀ ਜਿਹੜੀ ਸੰਸਥਾ ਹੈ ਉਹ ਵੀ ਬੱਚਿਆਂ ਦੀ ਪਰਵਰਿਸ਼, ਜਾਂ ਜਿਹਨੂੰ ਕਹਿ ਲਓ ਮਾਂ ਪੇ ਹੋਣਾ। ਸੋ ਯਹੋਵਾ ਪਰਮੇਸ਼ਵਰ ਨੇ ਬਾਗੇ ਆਦਨ ਦੇ ਵਿੱਚ ਇਹ ਅਸੀਂ ਵੇਖਦੇ ਹਾਂ ਕਿ ਪਤੀ ਤੇ ਪਤਨੀ ਜਿਹੜੇ ਨੇ ਉਹ ਬਣਾਏ ਸਨ, ਯਾਨੀ ਕਿ ਪਹਿਲਾ ਪਰਿਵਾਰ ਬਣਾਇਆ ਸੀ, ਘਰਾਣਾ ਬਣਾਇਆ ਸੀ। ਸੋ ਵਚਨ ਦੇ ਮੁਤਾਬਿਕ ਵਿਆਹ ਜਿਹੜਾ ਹੈਗਾ ਇਹ ਇੱਕ ਇਹੋ ਜਿਹਾ ਚਮਤਕਾਰ ਹੈ, ਮਿਰਕਲ ਮੌਜਜ਼ਾ ਹੈ, ਜਿਹਦੇ ਵਿੱਚ ਯਹੋਵਾ ਪਰਮੇਸ਼ਵਰ ਦੋ ਲੋਕਾਂ ਨੂੰ ਇੱਕ ਬਣਾ ਦਿੰਦਾ ਹੈ। ਸੋ ਇਹਦੇ ਕਿੱਥੇ ਲਿਖਿਆ ਹੈ? ਆਪਾਂ ਪੜਾਂਗੇ ਉਤਪੁਤ 2:24 ਦੇ ਵਿੱਚ ਕਿ ਕਿੰਜ ਦੋਏ ਜਿਹੜੇ ਨੇ ਉਹ ਇੱਕ ਹੋ ਜਾਂਦੇ ਨੇ। ਉਤਪਤ 2:24 ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਪੜੇ ਜਾਣੇ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਆਪਾਂ ਇਹ ਤੇ ਵੇਖਦੇ ਆ ਕਿ ਇਹ ਵਿਆਹ ਦੀ ਸ਼ੁਰੂਆਤ ਕਿਹਨੇ ਕੀਤੀ ਹੈ। ਸੋ ਵਿਆਹ ਜਿਹੜਾ ਹੈ ਇਹ ਯਹੋਵਾ ਪਰਮੇਸ਼ਵਰ ਦਾ ਕੰਮ ਹੈਗਾ ਹੈ। ਸੋ ਵਿਆਹ ਜਿਹੜਾ ਹੈ ਉਹ ਯਹੋਵਾ ਪਰਮੇਸ਼ਵਰ ਦੀ ਇੱਕ ਤਸਵੀਰ ਹੈਗੀ ਏ, ਇੱਕ ਪਿਕਚਰ ਹੈਗੀ ਏ। ਸੋ ਸਾਡਾ ਜਿਹੜਾ ਯਹੋਵਾ ਪਰਮੇਸ਼ਵਰ ਹੈ ਬਹੁਤ ਹੀ ਮਹਾਨ ਹੈ। ਉਹਨੇ ਹੀ ਆਦਮ ਹਵਾ ਦੀ ਜਦੋਂ ਸ਼ਾਦੀ ਦਾ ਵੀ ਉਹ ਪਾਸਟਰ ਹੀ ਸੀਗਾ। ਹਾਲੇਲੂਇਆ। ਭਈ ਇਹ ਕਿੱਥੇ ਲਿਖਿਆ ਹੈ ਕਿ ਉਹਨੇ ਹੀ ਪਹਿਲਾ ਵਿਆਹ ਜਿਹੜੀ ਸੀ ਉਹ ਸ਼ਾਦੀ ਜਿਹੜੀ ਸੀ ਉਹ ਵਿਆਹ ਜਿਹੜਾ ਹੈ ਉਹਦੇ ਵਿੱਚ ਉਹ ਆਇਆ। ਮਲਾਕੀ ਉਹਦੀ 2:14 ਜਿਹੜੀ ਏ ਉਹ ਆਪਾਂ ਦੇਖਾਂਗੇ ਕਿ ਕਿੰਜ ਪਰਮੇਸ਼ਵਰ ਪਾਸਟਰ ਦੇ ਤੌਰ ਤੇ ਇਹਨਾਂ ਦੋਵਾਂ ਦਾ ਵਿਆਹ ਕਰਾ ਰਿਹਾ। ਮਲਾਕੀ ਦੀ ਕਿਤਾਬ ਉਹਦਾ 2 ਚੈਪਟਰ ਉਹਦੀ 14 ਦੇ ਵਿੱਚ ਲਿਖਿਆ ਹੈ ਕਿ ਤੁਸੀਂ ਆਖਦੇ ਹੋ ਕਿ ਸਬਬ ਹੈ। ਸਬਬ ਇਹ ਕਿ ਯਹੋਵਾ ਤੇਰੇ ਵਿੱਚ ਅਤੇ ਤੇਰੀ ਜਵਾਨੀ ਦੀ ਤੀਵੀਂ ਵਿੱਚ ਗਵਾਹ ਹੈ, ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ ਕੀਤੀ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ। ਹਾਲੇਲੂਇਆ। ਇਹ ਜਦੋਂ ਪਰਮੇਸ਼ਵਰ ਕਿਸੇ ਗੱਲ 'ਚ ਆ ਜਾਂਦਾ ਹੈ ਨਾ, ਉਹ ਕਵਨੈਂਟ ਹੋ ਜਾਂਦਾ ਹੈ, ਉਹਨੂੰ ਕਹਿੰਦੇ ਆ ਕਿ ਨੇਮ ਬਣਿਆ ਗਿਆ ਹੈ। ਸੋ ਜਿੰਜ ਪਰਮੇਸ਼ਵਰ ਦਾ ਨੇਮ ਜਾਂ ਅਹਿਦ ਜਾਂ ਕਵਨੈਂਟ ਨਹੀਂ ਟੁੱਟਦਾ, ਐਵੇਂ ਹੀ ਜਿਹੜੀ ਸ਼ਾਦੀ ਹੈ ਉਹ ਨਹੀਂ ਟੁੱਟਦੀ। ਇਹ ਜਿਹੜਾ ਵਿਆਹ ਵੇ ਨਾ ਇਹ ਬੜਾ ਇੱਕ ਡੂੰਘਾ ਰਿਸ਼ਤਾ ਹੈਗਾ ਹੈ। ਸੋ ਇਹਨੂੰ ਵਚਨ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਪਵਿੱਤਰ ਸਰੀਰਿਕ ਮਿਲਾਪ ਹੈਗਾ ਹੈ। ਸੋ ਇਸ ਲਈ ਵਚਨ ਵਿੱਚ ਲਿਖਿਆ ਹੈ ਅਬਰਾਨੀਓ 13:4 ਜਿਹੜੀ ਏ ਉਹਦੇ ਵਿੱਚ ਵੇਖੋ ਕਿ ਵਿਆਹ ਦੇ ਮੁਤਲਕ ਕੀ ਵਚਨ ਦੱਸਦਾ ਹੈ। ਇਬਰਾਨੀਆਂ ਦੀ ਕਿਤਾਬ ਉਹਦਾ 13ਵਾਂ ਚੈਪਟਰ ਉਹਦੀ ਚੌਥੀ ਆਇਤ ਦੇ ਵਿੱਚ ਲਿਖਿਆ ਹੈ ਕਿ ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ, ਕਿਉਂ ਜੋ ਪਰਮੇਸ਼ਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ। ਹਾਲੇਲੂਇਆ। ਇਹ ਜਿਹੜਾ ਪਤੀ ਤੇ ਪਤਨੀ ਜਦੋਂ ਮਿਲਦੇ ਨੇ ਤੇ ਆਪਸ ਵਿੱਚ ਵਚਨ ਦੇ ਮੁਤਾਬਿਕ ਇਹ ਮਿਲਦੇ ਨੇ ਤੇ ਫਿਰ ਇੱਕ ਘਰਾਣਾ ਜਿਹੜਾ ਹੈ, ਬੱਚੇ ਪੈਦਾ ਹੁੰਦੇ ਨੇ ਤੇ ਇੱਕ ਘਰਾਣਾ ਜਿਹੜਾ ਹੈ ਨਾ
ਉਹ ਸਾਨੂੰ ਨਜ਼ਰ ਆਉਂਦਾ ਹੈ। ਔਰ ਆਓ ਇਹਦੇ ਲਈ ਪੜ੍ਹੀਏ ਕਿ ਇਹ ਪਰਮੇਸ਼ਵਰ ਵੱਲੋਂ ਜੇ, ਇਹ ਪਰਮੇਸ਼ਵਰ ਯਹੋਵਾ ਪਰਮੇਸ਼ਵਰ ਵੱਲੋਂ ਜੇ ਕਿ ਉਹ ਚਾਹੁੰਦਾ ਹੈ ਕਿ ਖਾਨਦਾਨ ਬਣੇ, ਵਧੇ, ਫਲੇ, ਫੂਲੇ ਤੇ ਇਸ ਧਰਤੀ ਨੂੰ ਜਿਹੜੀ ਹੈ ਉਹ ਭਰ ਦੇਵੇ। ਆਓ ਇਹਦੇ ਲਈ ਪੜ੍ਹੀਏ ਉਤਪੋਤ ਉਹਦੀ ਪਹਿਲੇ ਪਾਠ ਦੀ 28 ਆਇਤ ਸਾਡੇ ਸਾਹਮਣੇ ਪੜ੍ਹੀ ਜਾਊਗੀ। ਉਤਪਤ ਉਹਦਾ ਪਹਿਲਾ ਚੈਪਟਰ ਉਹਦੀ 28 ਆਇਤ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਪਰਮੇਸ਼ਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਸਾਰੇ ਧਰਤੀ ਉੱਤੇ ਕਿਸਨ ਵਾਲਿਆਂ ਜੀਆਂ ਉੱਤੇ ਰਾਜ। ਹਾਲੇਲੂਇਆ। ਇਹ ਪਰਮੇਸ਼ਵਰ ਹੀ ਕਹਿ ਰਿਹਾ ਹੈ ਜਦੋਂ ਉਹਨੇ ਇਹਨਾਂ ਨੂੰ ਪਤੀ ਤੇ ਪਤਨੀ ਬਣਾ ਦਿੱਤਾ ਤੇ ਫਿਰ ਕਹਿੰਦਾ ਹੈ ਕਿ ਤੁਸੀਂ ਬੜੋ, ਫਲੋ, ਫੂਲੋ ਤੇ ਇਸ ਸਾਰੀ ਚੀਜ਼ ਨੂੰ ਆਪਣੇ ਵਸ ਕਰ ਲੋ। ਹੁਣ ਇਹ ਜਿਹੜਾ ਪਤੀ ਹੈ ਆਪਣੀ ਪਤਨੀ ਦੇ ਲਈ ਪਰਮੇਸ਼ਵਰ ਦੀ ਇੱਕ ਬਹੁਤ ਵੱਡੀ ਦੇਣ ਹੈਗੀ ਹੈ ਤੇ ਇਵੇਂ ਹੀ ਜਿਹੜੀ ਪਤਨੀ ਹੈ ਆਪਣੇ ਪਤੀ ਲਈ ਪਰਮੇਸ਼ਵਰ ਦਾ ਇੱਕ ਤੋਹਫਾ ਹੈ, ਇੱਕ ਪ੍ਰੈਜ਼ੈਂਟ ਹੈਗਾ ਹੈ। ਸੋ ਯਹੋਵਾ ਪਰਮੇਸ਼ਵਰ ਨੇ ਆਦਮੀ ਤੇ ਔਰਤ ਜਾਂ ਜਿਹਨੂੰ ਕਹਿ ਲਓ ਕਿ ਆਪਣਾ ਨਰ ਤੇ ਨਾਰੀ ਨੂੰ ਲੈ ਕੇ ਉਹਨੇ ਇੱਕ ਘਰਾਣੇ ਦੀ ਸ਼ੁਰੂਆਤ ਜਿਹੜੀ ਏ ਉਹ ਇਹਨਾਂ ਦੇ ਥਰੂ ਕਰ ਛੱਡੀ ਤਾਂ ਜੇ ਉਹ ਦੋਏ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਵਰ ਦੇ ਜਿਹੜਾ ਰਾਜ ਹੈਗਾ ਉਹਨੂੰ ਜ਼ਾਹਿਰ ਕਰ ਸਕਣ ਤੇ ਉਹ ਇਸ ਧਰਤੀ ਨੂੰ ਜਿਹੜੀ ਹੈ ਉਹਦੇ ਵਿੱਚ ਉਹ ਇੱਕ ਆਗੂ ਦੇ ਤੌਰ ਤੇ ਅੱਗੇ ਲੱਗਣ ਤੇ ਬਾਕੀ ਜਿਤਨੀ ਵੀ ਰਚਨਾ ਹੈਗੀ ਹੈ ਉਹ ਇਹਨਾਂ ਦੇ ਪਿੱਛੇ ਹੋ ਕੇ ਪਰਮੇਸ਼ਵਰ ਦਾ ਜਲਾਲ ਜਾਂ ਤੇਜ ਜ਼ਾਹਿਰ ਕਰੇ। ਨਾ ਸਿਰਫ ਇਹ ਬਲਕਿ ਇਹ ਪਰਮੇਸ਼ਵਰ ਜਾਂ ਯਹੋਵਾ ਪਰਮੇਸ਼ਵਰ ਚਾਹੁੰਦਾ ਹੈ ਕਿ ਉਹਦੀ ਨਸਲ ਜਿਹੜੀ ਹੈ ਉਹਦਾ ਘਰਾਣਾ ਜਿਹੜਾ ਹੈ ਉਹ ਇੱਕ ਰੂਹਾਨੀ ਅਧਿਕਾਰ ਵੀ ਰੱਖਣ, ਇਖਤਿਆਰ ਰੱਖਣ ਤੇ ਉਹਨੂੰ ਵੀ ਕਾਇਮ ਰੱਖਣ। ਸੋ ਭਜਨ ਜਿਹੜਾ ਹੈਗਾ ਉਹਦਾ ਜਾਂ ਜ਼ਬੂਰਾਂ ਦੀ ਪੋਥੀ ਭਜਨ 8 ਦੀ 3 ਤੋਂ 9 ਦੇ ਵਿੱਚ ਅਸੀਂ ਵੇਖਨੇ ਆ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਕੀ ਇਖਤਿਆਰ ਦੇ ਦਿੱਤੇ ਨੇ, ਯਾਨੀ ਕਿ ਆਪਣੀ ਰਚਨਾ ਤੇ ਕਾਰਾਗਰੀ ਤੇ। ਆਓ ਵਚਨ ਵਿੱਚੋਂ ਵੇਖਨੇ ਆ ਭਜਨ 8 ਦੀ 3 ਤੋਂ 9। ਜ਼ਬੂਰਾਂ ਦੀ ਪੋਥੀ ਉਹਦਾ 8ਵਾਂ ਚੈਪਟਰ ਦੀ 3 ਤੋਂ ਲੈ ਕੇ 9 ਆਇਤ ਦੇ ਵਿੱਚ ਲਿਖਿਆ ਹੈ ਕਿ ਜਦ ਮੈਂ ਤੇਰੇ ਆਕਾਸ਼ ਨੂੰ ਵੇਖਦਾ ਹਾਂ ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੂੰ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ ਅਤੇ ਆਦਮੀ ਜਾਇਆ ਜੀਵ ਕੀ ਜੋ ਤੂੰ ਉਸ ਦੀ ਸ਼ੁੱਧ ਲਵੇਂ ਕਿ ਤੂੰ ਉਸ ਨੂੰ ਪਰਮੇਸ਼ਰ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ ਅਤੇ ਮਹਿਮਾ ਅਤੇ ਆਦਰ ਦਾ ਮੁਕਤ ਉਸ ਦੇ ਸਿਰ ਉੱਤੇ ਰੱਖਿਆ ਹੈ। ਤੂੰ ਆਪਣੀ ਦਸਤਕਾਰੀ ਉੱਤੇ ਉਹਨੂੰ ਹਕੂਮਤ ਦਿੱਤੀ, ਤੈਂ ਸਭੋ ਕੁਝ ਉਹਦੇ ਪੈਰਾਂ ਹੇਠ ਕਰ ਦਿੱਤਾ। ਸਾਰੇ ਇੱਜੜ ਅਤੇ ਵਗ ਸਗੋਂ ਰੜ ਦੇ ਸਾਰੇ ਜਾਨਵਰ, ਆਕਾਸ਼ ਦੇ ਪਖੇਰੂ ਅਤੇ ਸਮੁੰਦਰ ਦੀਆਂ ਮੱਛੀਆਂ ਅਤੇ ਸਭੋ ਕੁਝ ਜੋ ਸਮੁੰਦਰ ਦੀਆਂ ਰਾਹਾਂ ਵਿੱਚ ਫਿਰਦਾ ਹੈ ਯਹੋਵਾ ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੱਡਾ ਹੀ ਸ਼ਾਨ। ਹਾਲੇਲੂਇਆ, ਆਮੀਨ, ਆਮੀਨ। ਸੋ ਆਪਾਂ ਵੇਖਿਆ ਹੈ ਕਿ ਸ੍ਰਿਸ਼ਟੀ ਰਚੀ ਗਈ, ਉਹਦੇ ਬਾਅਦ ਉਹਨੇ ਇਹ ਜਿਹੜਾ ਹੈ ਨਰ ਤੇ ਨਾਰੀ ਨੂੰ ਪੈਦਾ ਕੀਤਾ, ਆਦਮ ਤੇ ਹਵਾ ਨੂੰ। ਫਿਰ ਉਹਨੇ ਕਿਹਾ ਕਿ ਹੁਣ ਤੁਸੀਂ ਇਹ ਖਾਨਦਾਨ ਬਣਾਓ, ਤੁਹਾਡੇ ਬੱਚੇ ਹੋਣ ਤੇ ਤੁਸੀਂ ਜਿਹੜੇ ਹੋ ਇਸ ਦੇ ਉੱਤੇ ਹਕੂਮਤ ਕਰੋ, ਜੋ ਕੁਝ ਮੈਂ ਤੁਹਾਨੂੰ ਦਿੱਤਾ ਹੈਗਾ। ਸੋ ਹੁਣ ਤੱਕ ਆਪਾਂ ਦੇਖ ਰਹੇ ਸਾਂ ਕਿ ਇਸ ਵਿਆਹ ਦੀ ਸ਼ੁਰੂਆਤ ਕਿਹਨੇ ਕੀਤੀ ਤੇ ਸਾਨੂੰ ਇਹ ਪਤਾ ਲੱਗ ਗਿਆ ਕਿ ਯਹੋਵਾ ਪਰਮੇਸ਼ਵਰ ਨੇ ਕੀਤੀ। ਤੇ ਆਓ ਆਪਾਂ ਇਹ ਵੇਖਨੇ ਆ ਕਿ ਹੁਣ ਵਿਆਹ ਦੀਆਂ ਨੀਹਾਂ ਕੀ ਨੇ ਜਿਸ ਤੇ ਇਹ ਵਿਆਹ ਖਲੋਤਾ ਹੈ। ਸੋ ਦੇਖੋ ਜੀ, ਜਿੰਜ ਆਪਾਂ ਇੱਕ ਮਜ਼ਬੂਤ ਬਿਲਡਿੰਗ ਜਿਹੜੀ ਹੈਗੀ ਹੈ ਉਹਦੇ ਲਈ ਆਪਾਂ ਇੱਕ ਮਜ਼ਬੂਤ ਨੀਹਾਂ
ਜਿਹੜੀਆਂ ਨੇ ਉਹ ਬਣਾਉਂਦੇ ਆ ਤਾਂ ਜੇ ਇਹ ਖਲੋਤੀ ਰਵੇ। ਇਸੇ ਤਰੀਕੇ ਨਾਲ ਇੱਕ ਮਸੀਹੀ ਘਰਾਣੇ ਦੇ ਲਈ ਵੀ ਇੱਕ ਨੀਂਹ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਿਹਦੇ ਉੱਤੇ ਉਹ ਘਰਾਣਾ ਠਹਿਰ ਸਕੇ। ਔਰ ਇਸ ਲਈ ਇਹ ਜਿਹੜਾ ਕੰਮ ਹੈ ਵਿਆਹ ਦਾ, ਇਹਦੀ ਸ਼ੁਰੂਆਤ ਕਿਹਨੇ ਕੀਤੀ ਹੈ? ਪਰਮੇਸ਼ਵਰ ਯਾਨੀ ਯਹੋਵਾ ਪਰਮੇਸ਼ਵਰ ਨੇ ਕੀਤੀ ਹੈ ਤੇ ਉਹਨੇ ਹੀ ਇਹਦੀ ਨੀਹਾਂ ਦੇ ਮੁਤਲਕ ਵਚਨ ਵਿੱਚ ਦੱਸ ਦਿੱਤਾ ਹੈ ਤੇ ਨਾਲੇ ਇਹ ਵੀ ਦੱਸ ਦਿੱਤਾ ਹੈ ਕਿ ਇਹ ਜਿਹੜਾ ਪਰਿਵਾਰ ਹੈ ਇਹ ਮੇਰੇ ਆਦਰ ਦੇ ਵਿੱਚ ਕਿੰਝ ਚੱਲੇਗਾ ਤੇ ਇਹਦਾ ਜਿਹੜਾ ਢਾਂਚਾ ਜਿਹਨੂੰ ਕਹਿੰਦੇ ਨੇ ਇਹ ਸਾਰਾ ਕੁਝ ਕਰ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਜੀ ਵਿਆਹ ਜਿਹੜਾ ਹੈ ਮੈਂ ਤੇ ਹੁਣ ਕਰ ਲਿਆ ਜੇ, ਹੁਣ ਮੈਂ ਇਦਾਂ ਜਿਹੜਾ ਹੈ ਇਸ ਘਰਾਣੇ ਨੂੰ ਚਲਾਵਾਂਗਾ, ਨਹੀਂ। ਸੋ ਇਸੇ ਲਈ ਆਪਾਂ ਵੇਖਦੇ ਹਾਂ ਕਿ ਜ਼ਬੂਰਾਂ ਦੀ ਪੋਥੀ ਉਹਦੀ 127 ਦੀ ਪਹਿਲੀ ਆਇਤ ਦੇ ਵਿੱਚ ਇਹ ਬਾਈਬਲ ਸਾਨੂੰ ਦੱਸਦੀ ਹੈ ਕਿ ਭਈ ਜੇ ਪਰਮੇਸ਼ਵਰ ਹੀ ਘਰ ਨਾ ਬਣਾਏ ਉਹ ਤੇ ਬਣਾਉਣੇ ਵਾਲੇ ਦੀ ਮਿਹਨਤ। ਤੇ ਆਪਾਂ ਪੜਾਂਗੇ ਜੀ, ਹੁਣ ਆਪਾਂ ਨਹੀਂ ਗੱਲਾਂ ਕਰ, ਇਹ ਵੇਖਦੇ ਆ ਕਿ ਵਚਨ ਕੀ ਕਹਿੰਦਾ ਹੈ। ਜ਼ਬੂਰਾਂ ਦੀ ਪੋਥੀ ਉਹਦਾ 127 ਚੈਪਟਰ ਦੀ ਪਹਿਲੀ ਆਇਤ ਦੇ ਵਿੱਚ ਲਿਖਿਆ ਹੈ ਕਿ ਜੇਕਰ ਯਹੋਵਾ ਹੀ ਘਰ ਨਾ ਬਣਾਵੇ ਤਾਂ ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਹੈ। ਹਾਲੇਲੂਇਆ। ਸੋ ਆਪਾਂ ਇਹ ਦੇਖਦੇ ਆ ਕਿ ਇਹ ਯਹੋਵਾ ਪਰਮੇਸ਼ਵਰ ਜਿਹੜਾ ਹੈ ਉਹ ਹੀ ਘਰ ਬਣਾਉਂਦਾ। ਹੁਣ ਚਲੋ ਜੇ ਉਹਨੇ ਹੀ ਬਣਾਉਣਾ ਹੈ ਤੇ ਉਹਨੇ ਦੱਸਿਆ ਤੇ ਹੋਊਗਾ ਨਾ ਕਿ ਬਈ ਕਿੱਦਾਂ ਬਣਾਉਣਾ ਹੈ। ਤੇ ਕੁਝ ਪੁਆਇੰਟ ਆਪਾਂ ਦੇਖਦੇ ਆ ਵਚਨ ਵਿੱਚੋਂ ਕਿ ਯਹੋਵਾ ਪਰਮੇਸ਼ਵਰ ਜਿਹੜਾ ਹੈ ਉਹ ਕੀ ਕਰਦਾ ਹੈ। ਉਹ ਪਹਿਲੇ ਤੇ ਇਹ ਵੇ ਕਿ ਸਾਰੇ ਹੀ ਅਸੀਂ ਉਹਦੇ ਸਰੂਪ ਦੇ ਬਣੇ ਆ ਜਿੰਨੀ ਮਨੁੱਖਤਾ ਹੈਗੀ ਹੈ। ਸੋ ਨੰਬਰ 1 ਯਹੋਵਾ ਪਰਮੇਸ਼ਵਰ ਜਿਹੜਾ ਹੈ ਇਹ ਯਹੋਨਾ ਦੀ ਪਹਿਲੀ ਪਤਰੀ ਉਹਦੀ 4:8 ਦੇ ਮੁਤਾਬਿਕ ਉਹ ਪ੍ਰੇਮ ਕਰਨੇ ਵਾਲਾ ਪਰਮੇਸ਼ਵਰ ਹੈਗਾ ਸੇ ਤੇ ਮਨੁੱਖ ਜਿਹਨੂੰ ਪਰਮੇਸ਼ਵਰ ਨੇ ਆਪਣੇ ਸਰੂਪ ਉਤੇ ਬਣਾਇਆ ਹੈ ਉਹਦੇ ਵਿੱਚ ਵੀ ਉਹਨੇ ਇਹ ਗੁਣ ਪਾ ਦਿੱਤਾ ਹੈਗਾ ਹੈ। ਸੋ ਆਪਾਂ ਪੜਾਂਗੇ ਯਹੋਨਾ ਦੀ ਪਹਿਲੀ ਪਤਰੀ 4:8 ਜਿਹੜੀ ਏ ਇਹ ਆਪਾਂ ਬਾਈਬਲ ਵਿੱਚੋਂ ਦੇਖ ਲਾਂਗੇ ਕਿ ਕਿੰਜੀ ਇਹਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਪਿਆਰ ਹੈਗਾ। ਯਹੋਨਾ ਦੀ ਪਹਿਲੀ ਪਤਰੀ 4:8 ਉਹਦੇ ਵਿੱਚ ਲਿਖਿਆ ਹੈ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ਰ ਪ੍ਰੇਮ ਹੈ। ਹਾਲੇਲੂਇਆ। ਸੋ ਇਹ ਜਿਹੜਾ ਪਰਮੇਸ਼ਵਰ ਦਾ ਪ੍ਰੇਮ ਹੈ ਇਹਨੂੰ ਕਿਹਾ ਜਾਂਦਾ ਹੈ ਜੀ ਕਿ ਇਹ ਬਗੈਰ ਮਤਲਬ ਦੇ ਹੁੰਦਾ ਹੈ, ਯਾਨੀ ਕਿ ਅਗਾਪੇ ਮੁਹੱਬਤ ਤੇ ਹੁੰਦਾ ਹੈ। ਯਾਨੀ ਇਹ ਜਿਹੜਾ ਪ੍ਰੇਮ ਹੈਗਾ ਇਹਦੇ ਬਗੈਰ ਮਤਲਬ ਦੇ ਹੋਣਾ ਚਾਹੀਦਾ। ਇਹ ਨਹੀਂ ਬਈ ਮੈਂ ਇਹ ਕਰਾਂਗਾ ਤੇ ਉਹ ਕਰਨਗੇ। ਇਹ ਪਰਮੇਸ਼ਵਰ ਦਾ ਪ੍ਰੇਮ ਹੈ ਤੇ ਜੇ ਪਰਮੇਸ਼ਵਰ ਦੇ ਪ੍ਰੇਮ ਉੱਤੇ ਹੀ ਜਿਹੜੀ ਏ ਉਹ ਬੁਨਿਆਦ ਜਿਹੜੀ ਏ ਉਹ ਆਪਣਾ ਘਰਾਣੇ ਦੀ ਰੱਖੀ ਜਾਵੇ ਤੇ ਫਿਰ ਆਂਦੀਆਂ ਨੇ, ਹੜ੍ਹ ਆਉਂਦੇ ਨੇ, ਮੀਂਹ ਵਸਦਾ ਹੈ, ਆਪਣਾ ਕੀ ਕਹਿੰਦੇ ਨੇ ਭਕਾਮ ਆਉਂਦੇ ਨੇ, ਜ਼ਲਜ਼ਲੇ ਆਉਂਦੇ ਨੇ, ਇਹ ਜਿਹੜਾ ਘਰਾਣਾ ਹੈ ਇਹ ਕਦੀ ਨਹੀਂ ਡੋਲੇਗਾ। ਕਿਉਂ ਜੇ ਇਹ ਕਿਤੇ ਪਰਮੇਸ਼ਵਰ ਦੇ ਪ੍ਰੇਮ ਉਤੇ ਇਹਦੀ ਨੀਂਹ ਰੱਖੀ ਗਈ ਹੈ। ਸੋ ਅਸੀਂ ਵੇਖਦੇ ਹਾਂ ਇਹ ਐਵੇਂ ਹੀ ਹੈ ਜਿੰਜ ਪ੍ਰਭੂ ਯਿਸੂ ਮਸੀਹ ਨੇ ਹਾਲਾ ਆਪਣੀ ਸੇਵਕਾਈ ਸ਼ੁਰੂ ਕੀਤੀ ਤੇ ਉਹ ਇੱਕ ਜਗ੍ਹਾ ਚਲੇ ਗਏ, ਕਾਨਾ ਏ ਗਲੀਲ ਇੱਕ ਜਗ੍ਹਾ ਹੈਗੀ ਹੈ ਨਾ, ਸੰਤ ਯੋਹੰਨਾ ਦੇ ਵਿੱਚ 2 ਦੇ ਵਿੱਚ ਆਪਾਂ ਨਹੀਂ ਪੜਾਂਗੇ ਲੇਕਿਨ ਉਹਦੇ ਵਿੱਚ ਉਹ ਉੱਥੇ ਗਏ। ਉੱਥੇ ਉਹਨਾਂ ਦੀ ਜਿਹੜੀ ਮੈਂ ਵੇ ਹਨਾ ਵਾਈਨ ਉਹ ਮੁੱਕ ਗਈ ਕਿਉਂਕਿ ਇਹ ਵਾਈਨ ਜਿਹੜੀ ਹੈਗੀ ਹੈ ਇਹ ਉੱਥੇ ਦਾ ਇੱਕ ਆਪਾਂ ਜਿੰਜ ਆਪਣੇ ਇਲਾਕਿਆਂ 'ਚ ਚਾਹ ਪੇਸ਼ ਕਰਨੇ ਆ, ਲੱਸੀ ਪੇਸ਼ ਕਰਨੇ ਆ, ਇੰਜ ਹੀ ਉਹਨਾਂ ਦਾ ਇੱਕ ਮਸ਼ਰੂਬ ਸੀਗਾ। ਤੇ ਉਹ ਜਦੋਂ ਉੱਥੇ ਉਹ ਘਟ ਗਈ, ਮੈਂ ਵਾਈਨ ਘਟ ਗਈ ਤੇ ਅਸੀਂ ਵੇਖਦੇ ਹਾਂ ਕਿ ਕਿਸ ਤਰੀਕੇ ਨਾਲ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਇਹੋ ਜਿਹੀ ਮੈਂ ਦਿੱਤੀ ਤੇ ਜਿਹੜਾ
ਉੱਥੇ ਲੋਕ ਸਾਨੂੰ ਬੜੇ ਖੁਸ਼ ਹੋ ਗਏ। ਇਹ ਜਿਹੜਾ ਪ੍ਰੇਮ ਉੱਤੇ ਜਦੋਂ ਘਰਾਣੇ ਦੀ ਬੁਨਿਆਦ ਰੱਖੀ ਜਾਂਦੀ ਹੈ ਤੇ ਇਹ ਪ੍ਰੇਮ ਜਿਹੜਾ ਨਾ ਕਦੀ ਨਹੀਂ ਫੇਲ ਹੋਣ ਦਿੰਦਾ। ਇਸੇ ਤਰ੍ਹਾਂ ਜਿਹੜਾ ਖਾਨਦਾਨੀ ਜ਼ਿੰਦਗੀ ਦੀ ਬੁਨਿਆਦ ਜਿਹੜੀ ਹੈ ਉਹ ਸਾਨੂੰ ਬਗੈਰ ਮਤਲਬ ਦੇ ਰੱਖਣੀ ਚਾਹੀਦੀ ਹੈ। ਹੁਣ ਜੀ ਮੈਂ ਕਰਨਾ ਤੁਸੀਂ ਉਹ ਕਰੋ, ਨਹੀਂ। ਸੋ ਇਹ ਯਹੋਵਾ ਪਰਮੇਸ਼ਵਰ ਦੇ ਪ੍ਰੇਮ ਉੱਤੇ ਜਿਹੜੀ ਘਰਾਣੇ ਦੀ ਬੁਨਿਆਦ ਹੈ ਨਾ ਉਹ ਕਦੀ ਨਹੀਂ ਡੋਲਦੀ। ਤੇ ਦੂਸਰਾ ਜਿਹੜਾ ਆਪਣਾ ਇਹਦੇ ਲਈ ਪੜਾਂਗੇ ਪਹਿਲਾ ਕਰੰਥੀਆਂ 13 ਦੀ 4 ਤੋਂ 8 ਵਿੱਚ। ਆ ਜੇ ਬੁਨਿਆਦ ਪਹਿਲੀ ਚੀਜ਼, ਜੇ ਪ੍ਰੇਮ ਨਹੀਂ ਨਾ ਤੇ ਫਿਰ ਜੇ ਫਾਊਂਡੇਸ਼ਨ ਹੀ ਨਹੀਂ ਤੇ ਫਿਰ ਅੱਗੋਂ ਹਿਸਾਬ ਲਾ ਲਈਏ ਕੀ ਬਣਦਾ ਹੈ। ਹਾਂਜੀ, 1 ਕਰੰਥੀਆਂ ਉਹਦਾ 13ਵਾਂ ਚੈਪਟਰ ਦੀ 4 ਤੋਂ ਲੈ ਕੇ 8 ਹੈ। ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ ਅਤੇ ਪ੍ਰੇਮ ਖੁੰਨਸ ਨਹੀਂ ਕਰਦਾ, ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂ ਨਹੀਂ ਕਰਦਾ, ਕੁਚੱਜੀਆਂ ਨਹੀਂ ਕਰਦਾ, ਆਪ ਸਵਾਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ, ਉਹ ਕੁਧਰਮ ਤੋਂ ਆਨੰਦ ਨਹੀਂ ਹੁੰਦਾ, ਸਗੋਂ ਸੱਚਾਈ ਨਾਲ ਆਨੰਦ ਹੁੰਦਾ ਹੈ, ਸਭ ਕੁਝ ਝੱਲ ਲੈਂਦਾ ਹੈ, ਸਭਨਾ ਗੱਲਾਂ ਦੀ ਪ੍ਰਤੀਤ ਕਰਦਾ ਹੈ, ਸਭਨਾ ਗੱਲਾਂ ਦੀ ਆਸ ਰੱਖਦਾ ਹੈ, ਸਭ ਕੁਝ ਸਹਿ ਲੈਂਦਾ ਹੈ। ਪ੍ਰੇਮ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇ। ਹਾਲੇਲੂਇਆ। ਸੋ ਪਹਿਲੀ ਚੀਜ਼ ਕਿ ਸਾਡੇ ਘਰਾਣੇ ਦੀ ਬੁਨਿਆਦ ਪਰਮੇਸ਼ਵਰ ਦੇ ਪ੍ਰੇਮ ਉੱਤੇ ਹੋਣੀ ਚਾਹੀਦੀ ਹੈ, ਜਿਹਦੇ 'ਚ ਮਾਫੀ ਹੈ। ਇਹ ਨਹੀਂ ਮੇਰਾ ਤੇਰੇ ਦਾ ਚੱਕਰ ਕੋਈ ਨਹੀਂਗਾ। ਸੋ ਦੂਜਾ ਜਿਹੜਾ ਹੈ ਕਿ ਨੀਹਾਂ ਦੀ ਗੱਲ ਹੁੰਦੀ ਹੈ। ਸੋ ਪਹਿਲੇ ਨੀਂਹ ਜਿਹੜੀ ਹੈ ਨਾ ਉਹ ਵੇ ਪਰਮੇਸ਼ਵਰ ਦੇ ਪ੍ਰੇਮ ਉੱਤੇ। ਅੱਛਾ, ਦੂਜੀ ਜਿਹੜੀ ਹੈ ਉਹ ਜਿਨ੍ਹਾਂ ਘਰਾਣਿਆਂ ਦੇ ਵਿੱਚ ਇਹ ਜਿਹੜਾ ਨਾ ਦੁਆ ਦੀ ਜਗਵੇਤੀ ਨਹੀਂ ਨਾ ਹੁੰਦੀ, ਯਾਨੀ ਕਿ ਜਿਹੜੇ ਘਰਾਣੇ ਪਰਮੇਸ਼ਵਰ ਦੀ ਆਰਾਧਨਾ ਤੇ ਦੁਆ ਤੇ ਨਹੀਂ ਕਰਦੇ, ਉਹ ਜਿਹੜਾ ਸ਼ੈਤਾਨ ਹੈਗਾ ਉਹ ਜਿਹੜਾ ਹੈ ਉਹ ਉਹਨਾਂ ਖਾਨਦਾਨਾਂ ਨੂੰ ਤਬਾਹ ਕਰਨ ਦੀ ਕਰਦਾ ਹੈ। ਕਿਉਂਕਿ ਇਹ ਜਿਹੜਾ ਹੈ ਨਾ ਸ਼ੈਤਾਨ, ਇਹਦਾ ਬੜਾ ਕੰਮ ਹੈਗਾ। ਇਹਦਾ ਕੰਮ ਕੀ ਹੈ? ਸੰਤ ਯੋਨਾ 10 ਦੀ 10 ਵਿੱਚ ਆਪਾਂ ਚਲੋ ਵਚਨ ਚੋਂ ਹੀ ਪੜ੍ਹ ਲੈਂਦੇ ਆ ਕਿ ਇਹ ਆਂਦਾ ਹੈ ਕੀ ਕਰਨ ਆਂਦਾ ਹੈ। ਇਹ ਉੱਥੇ ਆਂਦਾ ਹੈ ਸੰਤ ਯੋਨਾ 10 ਦੀ 10 ਵਿੱਚ। ਇਹ ਉੱਥੇ ਆਂਦਾ ਹੈ ਜਿੱਥੇ ਦੁਆ ਦਾ ਮਜ਼ਬਾ ਨਹੀਂ ਹੁੰਦਾ, ਜਿੱਥੇ ਦੁਆ ਦੀ ਜਗਵੇਦੀ ਨਹੀਂ ਹੁੰਦੀ, ਜਿਸ ਘਰ ਵਿੱਚ ਦੁਆ ਤੇ ਆਰਾਧਨਾ ਨਹੀਂ ਹੁੰਦੀ, ਉੱਥੇ ਆਂਦਾ ਹੈ। ਤੇ ਕਰਦਾ ਕੀ ਜੇ ਜੀ? 10 ਦੀ 10 ਜੋ ਉਹਨਾਂ ਦੀ ਇੰਜੀਲ ਦੇ ਵਿੱਚ ਲਿਖਿਆ, ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਅਤੇ ਵੱਢੇ ਅਤੇ ਨਾਸ਼ ਕਰੇ। ਮੈਂ ਇਸ ਲਈ ਆਇਆ ਹਾਂ ਕਿ ਉਹਨਾਂ ਨੂੰ ਜਿਉਣ ਮਿਲੇ, ਸਗੋਂ ਚੋਖਾ ਮਿਲੇ। ਸੋ ਕੁਝ ਵੀ ਹੈ ਘਰ ਦੇ ਵਿੱਚ ਇਹ ਜਗਵੇਦੀ ਉੱਤੇ ਅੱਗ ਕਿਹਦੀ? ਪ੍ਰਾਰਥਨਾ ਤੇ ਵਚਨ ਦੀ ਬਲਦੀ ਰਹੇਗੀ ਤੇ ਸ਼ੈਤਾਨ ਜਿਹੜਾ ਹੈ ਉਹ ਨੇੜੇ ਨਹੀਂ ਫੜਕੂਗਾ। ਸੋ ਤੀਸਰੀ ਨੀਂਹ ਜਿਹੜੀ ਏ ਇਹ ਘਰਾਣੇ ਦੀ ਉਹ ਇਹ ਵੇ ਕਿ ਜਿਹੜੀ ਏ ਉਹ ਉਤਪੁੱਤ 2 ਦੀ 24 ਦੇ ਵਿੱਚ। ਇਹ ਬੜੀ ਖਾਸ ਗੱਲ ਜੇ, ਥੋੜੀ ਜਿਹੀ ਸਾਨੂੰ ਤਕਲੀਫ ਬੜੀ ਹੁੰਦੀ ਹੈ, ਲੇਕਿਨ ਆਪਾਂ ਜ਼ਿੰਦਗੀ ਜਿਹੜੀ ਹੈ ਨਾ ਭਾਈਓ ਭਰਾਓ, ਅਸਾਂ ਦੁਨੀਆ ਇਸ ਮੁਲਕਾਂ ਦੇ ਕਾਨੂੰਨ, ਅਸੀਂ ਇਹ ਜਿਹੜੇ ਦੁਨੀਆ ਦੇ ਕਾਨੂੰਨ ਨੇ ਉਹਦੇ ਮੁਤਾਬਿਕ ਨਹੀਂ, ਅਸੀਂ ਪ੍ਰਭੂ ਦੇ ਵਚਨ ਦੇ ਮੁਤਾਬਿਕ ਆਪਣੇ ਘਰਾਣਿਆਂ ਦੀ ਬੁਨਿਆਦ ਜਿਹੜੀ ਹੈ ਉਹ ਰੱਖਣੀ ਹੈਗੀ ਹੈ। ਸੋ ਪੜ੍ਹਨਗੇ ਪਰਮੇਸ਼ਵਰ ਦਾ ਦਾਸ ਉਤਪੁੱਤ 2 ਦੀ 24। ਉਤਪਤ 2 ਦੀ 24 ਦੇ ਵਿੱਚ ਲਿਖਿਆ ਹੈ, ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਹਾਲੇਲੂਇਆ। ਸੋ ਇਹ ਇੱਕ ਬੜੀ ਗੱਲ ਪਰਮੇਸ਼ਵਰ ਹੀ ਕਹਿ ਰਿਹਾ ਹੈ। ਸੋ ਇਹ ਵਚਨ ਦੇ ਸ਼ੁਰੂ 'ਚ ਕਹੀ ਗਈ ਹੈ, ਫਿਰ ਅਸੀਂ ਪੁਰਾਣੇ ਨੇਮ ਵਿੱਚ, ਫਿਰ ਨਵੇਂ ਨੇਮ ਵਿੱਚ। ਸੋ ਵਚਨ ਨੇ 4 ਦਫਾ ਇਸ ਚੀਜ਼ ਨੂੰ ਬਾਰ-ਬਾਰ ਦੁਹਰਾਇਆ ਗਿਆ ਕਿ ਭਾਈ ਇਹਦਾ ਧਿਆਨ ਰੱਖੋ। ਉਹ ਕੀ ਹੈਗਾ ਤੁਸੀਂ ਪੜ੍ਹ ਦਿੱਤਾ ਹੈਗਾ, ਔਰ ਪਹਿਲਾ ਜਿਹੜਾ ਹੈ ਉਹ ਆਪਾਂ ਦੇਖਿਆ ਸੀ, ਉਹ ਨੋਟ ਕਰ ਲੈਣਾ ਚਾਹੀਦਾ ਸਾਨੂੰ। ਉਤਪੁੱਤ 2 ਦੀ 24 ਇਹ ਪੁਰਾਣੇ ਨੇਮ ਵਿੱਚ ਹੋ ਗਈ। ਫਿਰ ਯਾਨੀ ਇਹਦੇ ਵਿੱਚ ਰੱਬ ਨੇ ਇਹਨਾਂ ਸ਼ਬਦਾਂ ਉੱਤੇ ਨਾ ਆਪਣੀ ਮੋਹਰ ਲਾ ਦਿੱਤੀ ਹੈ।
ਠੀਕ ਹੈ। ਫਿਰ ਨਏ ਨੇਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਦੋਂ ਕਿ ਇਹ ਤਲਾਕ ਉੱਤੇ ਗੱਲਬਾਤ ਹੋ ਰਹੀ ਸੀ ਤੇ ਪ੍ਰਭੂ ਯਿਸੂ ਮਸੀਹ ਨੇ ਇਹਦੇ ਵਿਰੁੱਧ ਕੁਝ ਬੋਲਿਆ ਹੈਗਾ ਹੈ, ਜਿਹਦਾ ਕਿ ਮਤੀ 19:5 ਇਹ ਹੀ ਸਾਰਾ ਕੁਝ, ਇਹ ਹੀ ਸਾਰਾ ਕੀ ਹੈ ਜੀ ਕਿ ਮਰਦ ਜੀ ਪਲੀਜ਼ ਪੜ੍ਹ ਦਿਓ ਫਿਰ। 19:5 ਵਿੱਚ ਲਿਖਿਆ, ਕਹਿੰਦੇ ਅਤੇ ਕਿਹਾ ਜੋ ਇਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਇਹ ਜੇ ਬੜੀ ਵੱਡੀ ਫਾਊਂਡੇਸ਼ਨ, ਇਹ ਜੇ ਜਿਹੜਾ ਪਰਮੇਸ਼ਵਰ ਦੱਸਦਾ ਹੈ, ਸੋ ਇਹਦੇ ਤੇ ਬੜੀ ਗੱਲਬਾਤ ਹੋ ਸਕਦੀ ਹੈ। ਮਤਲਬ ਇਹ ਨਹੀਂ ਕਿ ਬਾਅਦ ਮਾਂ ਪਿਓ ਨੂੰ ਪੁੱਛੋ ਹੀ ਨਹੀਂ, ਗੱਲ ਉਹ ਨਹੀਂ ਗੀ। ਗੱਲ ਇਹ ਵੇ ਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਇਹ ਯੂਨਿਟ ਜਿਹੜਾ ਹੈ, ਇਹ ਜਿਹੜਾ ਮੈਂ ਅਦਾਰਾ ਬਣਾਇਆ ਹੈ ਜਾਂ ਜਿਹਨੂੰ ਸੰਸਥਾ ਬਣਾਈ ਹੈ, ਇਹ ਵੀ ਉਸ ਨੀਂਹ ਦਾ ਇੱਕ ਬੜਾ ਹੀ ਜ਼ਰੂਰੀ ਹਿੱਸਾ ਹੈਗਾ। ਫਿਰ ਅਸੀਂ ਵੇਖਦੇ ਹਾਂ ਕਿ ਇੱਕ ਹੋਰ ਬਿਆਨ ਪਾਲੂਸ ਰਸੂਲ ਨੇ ਜਿਹੜਾ ਹੈ ਉਹ ਇਫਸੀਆਂ ਉਹਦੀ 5:31 ਤੇ 32 ਜਿਹੜੀ ਹੈ ਨਾ ਉਹ ਸਾਡੇ ਸਾਹਮਣੇ ਪੜ੍ਹੀ ਜਾਏਗੀ ਕਿ ਫਿਰ ਇਹ ਗੱਲ ਦੁਬਾਰਾ ਦੱਸੀ ਗਈ ਹੈ। ਅਫਸੀਆਂ ਉਹਦਾ 5ਵਾਂ ਚੈਪਟਰ ਉਹਦੀ 31 ਅਤੇ 32 ਆਇਤ ਦੇ ਵਿੱਚ ਲਿਖਿਆ ਹੈ, ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਹਾਲੇਲੂਇਆ। ਇਹ ਭੇਦ ਤਾਂ ਵੱਡਾ ਹੈ, ਪਰ ਮੈਂ ਮਸੀਹ ਅਤੇ ਕਲੀਸਿਆ ਦੇ ਵਿਖੇ ਬੋਲਦਾ। ਸੋ ਪਾਲੂਸ ਰਸੂਲ ਨੇ ਵਿਆਹ ਦੇ ਜਿਹੜਾ ਰਿਸ਼ਤਾ ਹੈ ਨਾ ਉਹ ਪ੍ਰਭੂ ਯਿਸੂ ਤੇ ਕਲੀਸਿਆ ਨੂੰ ਆਪਸ ਵਿੱਚ ਉਹਨੇ ਜੋੜ ਦਿੱਤਾ ਹੈਗਾ। ਸੋ ਅਜ਼ੀਜ਼ੋ, ਘਰਾਣੇ ਦੀ ਬੁਨਿਆਦ ਜਿਹੜੀ ਏ ਉਹ ਇਹ 3 ਅਸੂਲਾਂ ਉੱਤੇ, ਨੰਬਰ 1 ਕਿ ਜਿਹੜਾ ਮਰਦ ਹੈਗਾ ਉਹ ਆਪਣੇ ਮਾਂ ਪਿਓ ਨੂੰ ਛੱਡੇਗਾ ਤੇ ਨੰਬਰ 2 ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਤੇ ਉਹ ਇੱਕ ਸਰੀਰ ਹੋਣਗੇ ਜਾਂ ਇੱਕ ਜਿਸਮ ਹੋਣਗੇ ਜਿਸ ਤੋਂ ਘਰਾਣਾ ਬਣਦਾ ਹੈ। ਤੇ ਇਹ ਇੱਕ ਮਸੀਹੀ ਜਿਹੜੀ ਕਾਮਯਾਬ ਘਰਾਣੇ ਦੀ ਸ਼ੁਰੂਆਤ ਵੀ ਇੱਥੋਂ ਹੀ ਹੁੰਦੀ ਜੇ ਤੇ ਇਹਦਾ ਅੰਤ ਵੀ ਇੱਥੋਂ ਹੋਣਾ ਚਾਹੀਦਾ ਹੈ। ਇਸ ਮੁੱਢਲੇ ਅਸੂਲਾਂ ਉੱਤੇ ਜਿਹੜੇ ਪਰਿਵਾਰ ਚੱਲਦੇ ਨੇ, ਇਹਨੂੰ ਸਮਝਦੇ ਨੇ ਤੇ ਇਹਦੇ ਮੁਤਾਬਕ ਹੀ ਆਪਣੇ ਖਾਨਦਾਨ ਨੂੰ ਚਲਾਉਂਦੇ ਨੇ, ਪਰਮੇਸ਼ਵਰ ਉਹਨਾਂ ਖਾਨਦਾਨਾਂ ਨੂੰ ਕੀ ਕਰਦਾ ਹੈ ਭਾਈ ਜੀ, ਕੀ ਕਰਦਾ ਹੈ? ਵਧਾਉਂਦਾ ਹੈ ਤੇ ਨਾਲੇ ਪ੍ਰੋਟੈਕਟ ਕਰਦਾ ਹੈ। ਹਾਂਜੀ, ਸੋ ਆਓ ਅਸੀਂ ਸਾਰੇ ਮਿਲ ਕੇ ਅੱਜ ਦੇ ਇਸ ਟੌਪਿਕ ਦੇ ਲਈ ਪ੍ਰਾਰਥਨਾ ਕਰਾਂਗੇ ਕਿ ਜੋ ਵੀ ਅਸੀਂ ਸੁਣਿਆ ਤੇ ਪੜ੍ਹਿਆ ਕਿ ਸਾਨੂੰ ਪਰਮੇਸ਼ਰ ਇਹਦੇ ਨਾਲ ਆਪਣੀ ਪਵਿੱਤਰ ਆਤਮਾ ਨੂੰ ਅਗਵਾਈ ਕਰੇ। ਹਾਲੇਲੂਇਆ। ਸੋ ਪਰਮੇਸ਼ਰ ਮੇਰੇ ਜ਼ਿੰਦਾ ਯਹੋਵਾ ਖੁਦਾ, ਅਸੀਂ ਤੇਰੇ ਅੱਗੇ ਦੁਆ ਕਰਦੇ ਹਾਂ ਪਰਮੇਸ਼ਰ ਇਸ ਟੌਪਿਕ ਦੇ ਲਈ, ਵਿਆਹ ਦੇ ਬਾਰੇ ਜੋ ਬੋਲਿਆ ਗਿਆ ਸੀ, ਵਿਆਹ ਦੀ ਬੁਨਿਆਦ ਜਾਣੀ ਪਰਮੇਸ਼ਰ ਖੁਦਾਵੰਦ ਖੁਦਾ ਕਿ ਉਹ ਕਿਉਂ ਜ਼ਰੂਰੀ ਤੇ ਕਿਸ ਨੇ ਕੀਤਾ, ਕਿਵੇਂ ਪਰਮੇਸ਼ਰ ਦੀ ਫਾਊਂਡੇਸ਼ਨ ਜ਼ਰੂਰੀ ਆ, ਉਸ ਚੀਜ਼ ਦੇ ਲਈ ਅਸੀਂ ਦੁਆ ਕਰਦੇ ਹਾਂ ਪਰਮੇਸ਼ਰ ਖੁਦਾਵੰਦ ਖੁਦਾ ਤੇਰੇ ਹਜ਼ੂਰ ਤੇਰੇ ਅੱਗੇ ਕਿ ਪਰਮੇਸ਼ਰ ਖੁਦਾਵੰਦ ਖੁਦਾ ਅਸੀਂ ਵੀ ਆਪਣੇ ਮਸੀਹ ਘਰਾਣੇ ਦੇ ਵਿੱਚ ਜਦੋਂ ਵੀ ਇਸ ਵਿਆਹ ਦੇ ਬੰਧਨ 'ਚ ਜਾਈਏ ਖੁਦਾਵੰਦ ਖੁਦਾ, ਤੇ ਜੋ ਅਸੀਂ ਅੱਜ ਵੀ ਇਸ ਵੀਡੀਓ ਦੇ ਦੌਰਾਨ, ਇਸ ਟੌਪਿਕ ਦੇ ਦੌਰਾਨ ਤੇਰੇ ਦਾਸ ਤੋਂ ਸਿੱਖਿਆ ਪਰਮੇਸ਼ਰ ਖੁਦਾਵੰਦ ਖੁਦਾ, ਅਸੀਂ ਆਪਣੀ ਵਿਆਹਿਕ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ, ਅਸੀਂ ਉਸ ਦੇ ਵਿੱਚ ਇਹਨੂੰ ਲਾਗੂ ਕਰੀਏ ਤਾਂ ਜੋ ਪਰਮੇਸ਼ਰ ਖੁਦਾਵੰਦ ਖੁਦਾ ਤੇਰੇ ਸਵਰਗ ਦੂਤ, ਤੇਰੀ ਪਵਿੱਤਰ ਆਤਮਾ, ਪਰਮੇਸ਼ਰ ਖੁਦ ਮੇਰੇ ਯਹੋਵਾ ਪਿਤਾ, ਤੁਸੀਂ ਸਾਡੀ ਅਗਵਾਈ ਕਰੋ ਸਾਡੇ ਵਿਆਹਿਕ ਜੀਵਨ ਦੇ ਵਿੱਚ, ਸਾਡੇ ਘਰਾਣਿਆਂ ਦੇ ਵਿੱਚ ਪਰਮੇਸ਼ਰ ਖੁਦਾਵੰਦ ਖੁਦਾ। ਤੇਰਾ ਨਾਮ ਮੁਬਾਰਕ ਹੋਵੇ। ਤੇਰਾ ਧੰਨਵਾਦ ਕਰਦੇ ਹਾਂ ਇਸ ਵਚਨ ਨੂੰ ਪੜ੍ਹੇ ਜਾਣ ਤੇ ਸੁਣੇ ਜਾਣ ਤੇ ਪਰਮੇਸ਼ਰ ਖੁਦਾਵੰਦ ਖੁਦਾ ਸਾਨੂੰ ਸਭਨਾਂ ਨੂੰ ਬਰਕਤ ਦੇਣਾ। ਤੁਹਾਡੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਆਮੀਨ, ਆਮੀਨ, ਆਮੀਨ।